ਬੇਨਤੀ ਕਰਦੇ ਆ ਵੀ ਜਿਹੜਾ ਮਾਨਯੋਗ ਕੋਰਟਾਂ ਦੇ ਫੈਸਲੇ ਆ ਉਹੀ ਸਾਡੇ ਤੇ ਲਾਗੂ ਕਰ ਦਿਓ। ਬਰਾਬਰ ਕੰਮ ਬਰਾਬਰ ਤਨਖਾਹ। ਪ੍ਰਾਈਵੇਟ ਨਾਲ ਸਾਡੀ ਐ ਰੋਡਵੇ ਦੀ ਤੇ ਪ੍ਰਾਈਵੇਟ ਦੀ ਐ, ਅਸੀਂ ਕਿਸੇ ਤੇ ਚਾਹ ਦਾ ਕੱਪ ਪੀ ਕੇ ਰਾਜੀ ਨਹੀਂ ਆ। ਬਾਕੀ ਟਾਈਮ ਛੱਡਣ ਦੀ ਤਾਂ ਦੂਰ ਦੀ ਗੱਲ ਹੈ। ਅਸੀਂ ਕੰਪੀਟੀਸ਼ਨ ਪਿੱਛੇ, ਸਵਾਰੀ ਪਿੱਛੇ ਮਰਨ ਮਰਾਣ ਤੱਕ ਹੋ ਜਾਂਦੇ, ਪਰ ਅਸੀਂ ਪ੍ਰਾਈਵੇਟ ਨਾਲ ਕਦੇ ਸੰਧੀ ਨਹੀਂ ਕਰਦੇ। ਪੰਜਾਬ ਰੋਡਵੇਜ਼ ਪਨਬਸ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ। ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਆਵਾਜ਼ ਦਿਓ ਅਮੇਕ ਹੈ, ਆਵਾਜ਼ ਦਿਓ ਅਮੇਕ ਹੈ। ਪ੍ਰਾਈਵੇਟ ਵਾਲੇ ਕਹਿੰਦੇ ਜਾਂ ਤਾਂ ਸਾਡਾ ਟੈਕਸ ਮਾਫ ਕਰ ਦਿਓ ਜਾਂ ਆਧਾਰ ਕਾਰਡ ਸਾਨੂੰ ਵੀ ਲਾਗੂ ਕਰ ਦਿਓ ਵੀ ਜਿਹੜਾ ਪੈਸਾ ਰੋਡਵੇਜ਼ ਨੂੰ ਜਾਂਦਾ ਉਹ ਸਾਨੂੰ ਵੀ ਦਿੱਤਾ ਜਾਵੇ। ਸਰਕਾਰ ਨਹੀਂ ਚਾਹੁੰਦੀ ਵੀ ਪ੍ਰਾਈਵੇਟ ਨੂੰ ਪੈਸੇ ਦੇਣ, ਉਹ ਰੋਡਵੇਜ਼ ਨੂੰ ਵੀ ਪੈਸੇ ਨਹੀਂ ਮਿਲਦੇ ਤਾਂ ਪ੍ਰਾਈਵੇਟ ਨੂੰ ਕਿੱਥੇ ਦੇ ਦੇਣਗੇ। ਬਈ ਕੱਲ੍ਹ ਨੂੰ ਆਜ਼ਾਦੀ ਦਿਹਾੜਾ ਬੜੇ ਲੋਕੀ ਤਿਰੰਗੇ ਝੰਡੇ ਲਹਿਰਾ ਕੇ ਵੀ ਹੈ ਨਾ ਮਨਾਉਣ ਜਾ ਰਹੇ। ਤੁਸੀਂ ਆਪਣੇ ਆਪ ਨੂੰ ਆਜ਼ਾਦ ਮੰਨ ਰਹੇ ਹੋ? ਜਿਵੇਂ ਸਰਕਾਰ ਦੀਆਂ ਨੀਤੀਆਂ ਤੋਂ ਤੁਸੀਂ ਖੁਸ਼ ਹੋ? ਤੁਸੀਂ ਵੀ ਇੱਥੇ ਰੋਡਵੇਜ਼ ਦੇ ਡਿਪੂ ਦੇ ਬਾਹਰ ਤਿਰੰਗੇ ਝੰਡੇ ਲਾਏ ਹੋਏ, ਵੀ ਕਿਤੇ ਨਾ ਕਿਤੇ ਖੁਸ਼ ਹੀ ਹੁੰਦੇ ਹੋਵੋਗੇ ਤੁਸੀਂ। ਆਜ਼ਾਦ ਤਾਂ ਉਹ ਹੈ ਜਿਹੜਾ 80,000 ਰੁਪਈਆ ਤਨਖਾਹ ਲੈ ਰਿਹਾ, ਠੀਕ ਹੈ ਜੀ, ਡਿਊਟੀ ਕਰ ਰਿਹਾ, ਕੱਖ ਵੀ ਨਹੀਂ। ਇੱਕ ਬੰਦਾ 15,000 ਰੁਪਈਆ ਤਨਖਾਹ ਲੈ ਕੇ 16 ਘੰਟੇ ਡਿਊਟੀ ਕਰ ਰਿਹਾ, ਉਹ ਗੁਲਾਮ ਹੀ ਹੋਇਆ। 15 ਤਰੀਕ ਨੂੰ ਲੁਧਿਆਣੇ ਦਾ ਸੀਐਮ ਸਾਹਿਬ ਦਾ ਪ੍ਰੋਗਰਾਮ ਹੈ। ਉਹ ਅਸੀਂ ਪ੍ਰੋਗਰਾਮ ਉੱਥੇ ਕਾਲੇ ਝੰਡਿਆਂ ਜਾ ਕੇ ਪ੍ਰੋਗਰਾਮ ਤੇ ਆਪਾਂ ਪਹੁੰਚਣਾ, ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨਾ। ਅਸੀਂ ਆਜ਼ਾਦੀ ਨਹੀਂ, ਅਸੀਂ ਗੁਲਾਮੀ ਦਿਵਸ ਮਨਾਉਣਾ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਅੱਜ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਹੈ, ਹੜਤਾਲ ਕੀਤੀ ਗਈ ਹੈ। ਆਖਿਰਕਾਰ ਕਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ? ਤਾਂ ਸਾਡੇ ਨਾਲ ਪੰਜਾਬ ਰੋਡਵੇਜ਼ ਪਨਬਸ ਦੇ ਜੋ ਮੁਲਾਜ਼ਮ ਨੇ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਹਾਡੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਬੱਸਾਂ ਬੰਦ ਕੀਤੀਆਂ ਗਈਆਂ ਨੇ? ਅੱਜ ਮੈਂ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਦੇ ਸਾਂਝੇ ਸੱਦੇ ਤੇ ਪੰਜਾਬ ਤੇ ਅੱਜ ਅਸੀਂ 3 ਰੋਜ਼ ਦੀ ਹੜਤਾਲ ਕਰਨ ਜਾ ਰਹੇ ਹਾਂ। 14, 15, 16 ਅੱਜ ਪਹਿਲਾ ਦਿਨ ਹੈ। ਜੋ ਸਰਕਾਰ ਨੂੰ ਅਸੀਂ 4 ਮਹੀਨੇ 5 ਮਹੀਨੇ ਤੇ ਅਸੀਂ ਕਹਿੰਦੇ ਆ ਰਹੇ ਆ ਵੀ ਸਾਡੀਆਂ ਜਿਹੜੀਆਂ ਛੋਟੀਆਂ ਜਾਇਜ਼ ਮੰਗਾਂ ਹੈ ਵੀ ਉਹ ਸਾਡੀਆਂ ਸਿਰੇ ਚਾੜ ਦਿਓ। ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ, ਜਦੋਂ ਉਹਨੇ ਕਿਹਾ ਸੀ ਵੀ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਵੀ ਜਿੰਨਾ ਪੰਜਾਬ ਦਾ ਕੱਚਾ ਕੰਮ ਹੈ ਉਹਨੂੰ ਆਪਾਂ ਰੈਗੂਲਰ ਕਰਨਾ, ਪਰ ਕੈਬਨਿਟ ਤਾਂ ਕਈ ਮੀਟਿੰਗਾਂ ਹੋ ਲਈਆਂ ਪਰ ਸਰਕਾਰ ਦੇ ਕੰਨ 'ਤੇ ਯੂੰ ਨਹੀਂ ਸਰਕੀ। ਅਸੀਂ ਆਉਣ ਵਾਲੇ ਸਮੇਂ ਤੇ ਪਹਿਲਾਂ ਕਹਿ ਰਹੇ ਆ ਵੀ ਚਲੋ ਅਸੀਂ ਸ਼ੁਰੂਆਤ ਕਰੀ ਆ ਸਰਕਾਰ ਨਾਲ, ਸਰਕਾਰ ਹਜੇ ਵੀ ਨਹੀਂ ਸੁਣ ਰਹੀ। ਜਦੋਂ 4 ਸਾਲ ਲੰਘ ਜਾਂਦੇ ਫਿਰ ਸਰਕਾਰ ਕਹਿ ਰਹੀ ਹੈ ਜੀ ਹੁਣ ਤਾਂ ਚੋਣ ਜਾਬਤਾ ਲੱਗ ਰਿਹਾ ਜੀ, ਫਿਰ ਵੀ ਸਾਡਾ ਕੰਮ ਠੱਪ ਹੋ ਜਾਂਦਾ, ਉੱਥੇ ਦੇ ਉੱਥੇ ਰਹਿ ਜਾਂਦਾ। ਸਰਕਾਰ ਨੂੰ ਅੱਜ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਸਫ਼ਰ ਸਹੂਲਤ ਕਰਿਆ ਦਿੱਤਾ ਤੁਸੀਂ ਪੰਜਾਬ ਦੇ ਵਿੱਚ ਬਹੁਤ ਵਧੀਆ, ਅਸੀਂ ਮਾੜਾ ਨਹੀਂ ਕਹਿੰਦੇ ਸਫ਼ਰ ਸਹੂਲਤ ਨੂੰ, ਪਰ ਸਫ਼ਰ ਸਹੂਲਤ ਦੇ ਨਾਲ ਨਾਲ ਸਾਨੂੰ ਪੈਸਾ ਵੀ ਜ਼ਰੂਰੀ ਹੈ। ਅਗਰ ਸਫ਼ਰ ਸਹੂਲਤ ਅਸੀਂ ਫ੍ਰੀ ਕਰਾਉਂਦੇ ਰਹੇ, ਸਾਡੇ ਕੋਲ ਡੀਜ਼ਲ ਵਾਸਤੇ ਪੈਸੇ ਨਹੀਂ ਹੈ। 80 ਲੱਖ ਰੁਪਈਆ ਸਾਡੇ ਕੋਲ ਪੰਪਾਂ ਦਾ ਖੜ ਗਿਆ, ਜੋ ਪੰਪ ਵਾਲੇ ਸਾਨੂੰ ਪ੍ਰਾਈਵੇਟ ਪੰਪ ਤੇ ਇਸ ਟਾਈਮ ਰੋਡਵੇਜ਼ ਦਾ ਤੇਲ ਪੈ ਰਿਹਾ, ਔਰ ਪੰਪ ਵਾਲੇ ਸਾਨੂੰ ਤੇਲ ਪਾਣੇ ਤੇ ਸਾਫ਼ ਜਵਾਬ ਦੇ ਦਿੰਦੇ ਵੀ ਸਾਡੇ ਕੋਲ ਤੇਲ ਨਹੀਂ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਸਫ਼ਰ ਸਹੂਲਤ ਫ੍ਰੀ ਕਰੀ ਹੈ ਬਹੁਤ ਵਧੀਆ ਹੈ, ਪਰ ਉਹਦੇ ਵਾਸਤੇ ਜੋ ਬਜਟ ਰੱਖਿਆ ਵਾ ਹੈ ਉਹ ਸਾਨੂੰ ਪੈਸੇ ਵੀ ਦਿੱਤੇ ਜਾਣ। ਸਾਡੇ ਕੋਲ ਵਰਕਸ਼ਾਪ ਦੇ ਵਿੱਚ ਬੱਸਾਂ ਨਵੀਆਂ ਖੜ ਗਈਆਂ ਜਿਨ੍ਹਾਂ ਨੂੰ 6 ਮਹੀਨੇ ਹੋਏ ਆਈਆਂ ਨੂੰ, ਉਹ ਸਮਾਨ ਬਿਨਾਂ ਖੜ ਗਈਆਂ, ਸਪੇਅਰ ਪਾਰਟ ਨਹੀਂ ਆ ਰਿਹਾ ਜਾਂ ਸਰਵਿਸ ਬਿਨਾਂ ਖੜ ਗਈਆਂ। ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਅਸੀਂ ਫ੍ਰੀ ਸਫ਼ਰ ਸਹੂਲਤ ਜਿਹੜਾ ਕਰਾ ਰਹੇ ਹਾਂ ਵੀ ਕਿੰਨਾ ਕੁ ਟਾਈਮ ਚੱਲੂਗਾ ਜਦ ਤੱਕ ਪੈਸਾ ਨਹੀਂ ਆਉਂਦਾ। ਲੋਕਾਂ ਦੀ ਆਵਾਜ਼ ਹੈ ਵੀ ਫ੍ਰੀ ਸਫ਼ਰ ਸਹੂਲਤ ਬੰਦ ਹੋਣਾ ਚਾਹੀਦਾ। ਅਸੀਂ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀਆਂ ਪੰਜਾਬ ਰੋਡਵੇਜ਼ ਦੇ ਵਿੱਚ ਘੱਟ ਤੋਂ ਘੱਟ 10,000 ਬੱਸ ਪਾਈ ਜਾਵੇ, ਜਿਹੜੀਆਂ ਕਰਜ਼ਾ ਮੁਕਤ ਬੱਸਾਂ ਹੋਈਆਂ ਪਨਬਸ ਦੇ ਵਿੱਚੋਂ ਉਹ ਰੋਡਵੇਜ਼ ਦੇ ਵਿੱਚ ਮਰਜ ਕੀਤੀਆਂ ਜਾਣ, ਔਰ ਜਿਹੜਾ ਕੱਚਾ ਕੰਮ ਹੈ ਉਹਨੂੰ ਰੋਡਵੇਜ਼ ਦੇ ਵਿੱਚ ਮਰਜ ਕੀਤਾ ਜਾਵੇ ਬੱਸਾਂ ਦੇ ਨਾਲ ਹੀ ਨਾਲ। ਜਿੰਨਾ ਸਾਡਾ ਇਸ ਟਾਈਮ 4 ਕੇ 5 ਹਜ਼ਾਰ ਦੇ ਕਰੀਬ ਬੰਦਾ ਹੈ ਪੰਜਾਬ ਰੋਡਵੇਜ਼ ਦੇ ਵਿੱਚ,
ਜਾਂ ਪੀਆਰਟੀਸੀ ਦੇ ਵਿੱਚ 10,000 ਬੰਦਾ ਬਣਦਾ, ਸਾਡਾ 29 ਡਿਪੂ ਹੈ। ਅਸੀਂ ਕਹਿੰਦੇ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ। ਜਿਹੜੀ ਸਫ਼ਰ ਸਹੂਲਤ ਆ ਉਹ ਬਹੁਤ ਵਧੀਆ ਚੱਲੇ ਔਰ 10,000 ਬੱਸ ਨਵੀਂ ਪਾਈ ਜਾਵੇ। ਔਰ ਜਿਹੜੇ ਸਾਡੇ ਰਿਪੋਰਟਾਂ ਵਾਲੇ ਸਾਥੀ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਿਆ ਜਾਵੇ। ਜਿਹੜੀ ਸਰਕਾਰ ਭਰਤੀ ਕਰਨੀ ਕਹਿ ਰਹੀ ਹੈ ਨਾ, ਭਰਤੀ ਜਿਹੜੀ ਪਹਿਲੀ ਕਾਂਗਰਸ ਦੀ ਸਰਕਾਰ ਦੇ ਵਿੱਚ ਹੋਈ ਵੀ ਹੈ, ਉਹ 2-2 ਲੱਖ ਰੁਪਈਆ ਰਿਸ਼ਵਤ ਲੈ ਕੇ ਭਰਤੀ ਹੋਈ ਵੀ। ਉਹ 9100 ਰੁਪਏ ਵਾਲੀ ਭਰਤੀ ਹੈ। ਸਰਕਾਰ ਕਹਿੰਦੀ 9100 ਰੁਪਏ ਵਾਲੇ ਅਸੀਂ ਮੁਲਾਜ਼ਮ ਲੈਣੇ। ਇੱਕ ਪਾਸੇ ਸਰਕਾਰ ਕਹਿ ਰਹੀ ਸੀ ਸੱਤਾ ਤੋਂ ਆਉਣ ਤੋਂ ਪਹਿਲਾਂ ਵੀ ਅਸੀਂ ਪੰਜਾਬ ਦੇ ਵਿੱਚ ਠੇਕੇਦਾਰੀ ਸਿਸਟਮ ਖਤਮ ਕਰ ਦੇਣਾ, ਪਰ ਸਰਕਾਰ ਤਾਂ ਫਿਰ 9100 ਵਾਲੇ ਨੂੰ ਜ਼ੋਰ ਲਾ ਰਹੀ ਹੈ। 1 ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਈਆਂ ਜਾ ਰਹੀਆਂ ਸਰਕਾਰ ਨੂੰ, ਜਾਣੀ ਉਹ ਕਾਰਪੋਰੇਟ ਘਰਾਣੇ ਦੀਆਂ ਬੱਸਾਂ। ਸਰਕਾਰ ਰੋਡਵੇਜ਼ ਦੇ ਮਹਿਕਮੇ ਦੇ ਵਿੱਚ ਔਰ ਪੀਆਰਟੀਸੀ ਦੇ ਵਿੱਚ ਬੱਸਾਂ ਪਾ ਰਹੀ ਉਹ, ਜੋ ਗੌਰਮੈਂਟ ਦੇ ਦਾਰੇ ਨੂੰ, ਪੰਜਾਬ ਰੋਡਵੇਜ਼ ਨੂੰ ਔਰ ਪੀਆਰਟੀਸੀ ਨੂੰ ਐਡਾ ਵੱਡਾ ਨੁਕਸਾਨ ਹੋ ਰਿਹਾ। ਉਹ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਹੋਊਗੇ। ਬੱਸ ਦਾ ਡਰਾਈਵਰ ਪ੍ਰਾਈਵੇਟ ਮਾਲਕ ਦਾ ਹੋਊਗਾ। ਇਹ ਵੀ ਇੱਕ ਸ਼ੋਸ਼ਣ ਹੋ ਰਿਹਾ। ਜੋ ਜਿੰਨੇ ਨਵੇਂ ਕੱਚੇ ਮੁੰਡੇ ਕੰਮ ਕਰ ਰਹੇ ਇਸ ਟਾਈਮ, ਅਗਰ ਕਿਲੋਮੀਟਰ ਸਕੀਮ ਬੱਸਾਂ ਪੈ ਗਈਆਂ ਤਾਂ ਸਾਡੇ ਡਰਾਈਵਰਾਂ ਤੇ ਬਹੁਤ ਹੀ ਝਟਕਾ ਲੱਗੂਗਾ, ਬਹੁਤ ਡਰਾਈਵਰ ਘਟ ਜਾਣਗੇ। ਤਾਂ ਬਾਈ ਜੀ, ਤੁਹਾਡੇ ਵੱਲੋਂ ਜੇ ਹੜਤਾਲ ਕੀਤੀ ਗਈ ਹੈ, ਕਿਸੇ ਹੋਰ ਤਰੀਕੇ ਨਾਲ ਵੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕਦੀ ਸੀ, ਤੁਸੀਂ ਬੈਠ ਕੇ ਵੀ ਗੱਲ ਕਰ ਸਕਦੇ ਸੀ, ਪਰ ਹੁਣ ਆਮ ਲੋਕ ਖੱਜਲ ਖੁਆਰ ਹੋ ਰਹੇ ਨੇ। ਫਿਰ ਉਹ ਦੋਸ਼ ਤਾਂ ਤੁਹਾਨੂੰ ਹੀ ਦੇ ਰਹੇ ਨੇ ਵੀ ਇਹਨਾਂ ਨੇ ਅੱਜ ਸਾਨੂੰ ਖੱਜਲ ਕੀਤਾ। ਬੀਬੀਆਂ ਜਿਹੜੀਆਂ ਮੁਫਤ ਸਫ਼ਰ ਕਰ ਰਹੀਆਂ ਸੀ, ਉਹ ਵੀ ਤੁਹਾਨੂੰ ਆਪਣੇ ਮਨ ਦੇ ਵਿੱਚ ਕੋਸ ਰਹੀਆਂ ਨੇ ਵੀ ਇਹਨਾਂ ਨੇ ਅੱਜ ਹੜਤਾਲ ਕੀਤੀ ਹੋਈ ਹੈ। ਸਰਕਾਰ ਨਾਲ ਜੀ 3 ਮਹੀਨੇ ਤੋਂ ਮੀਟਿੰਗਾਂ ਚੱਲਦੀਆਂ ਆ ਰਹੀਆਂ, ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਚੱਲਦੀ। ਅਸੀਂ ਕਹਿ ਰਹੇ ਹਾਂ ਵੀ ਸਾਡੀ ਮੀਟਿੰਗ ਇੱਕ ਸੀਐਮ ਸਾਹਿਬ ਨਾਲ ਕਰਾ ਦਿਓ। ਸੀਐਮ ਸਾਹਿਬ ਸੱਤਾ ਤੋਂ ਪਹਿਲਾਂ ਕਹਿੰਦੇ ਸੀ ਵੀ ਅਸੀਂ ਰੈਗੂਲਰ ਕਰਨੇ ਸਾਰੇ। ਅਸੀਂ ਕਹਿੰਦੇ ਸੀਐਮ ਸਾਹਿਬ ਨਾਲ ਮੀਟਿੰਗ ਕਰਾ ਦਿਓ। ਜਿਹੜੀਆਂ ਬੀਬੀਆਂ ਇਸ ਟਾਈਮ ਰੋਡਾਂ ਤੇ, ਅਸੀਂ ਪਬਲਿਕ ਤੋਂ ਵੀ ਮਾਫੀ ਚਾਹੁੰਦੇ ਹਾਂ ਵੀ ਅਸੀਂ ਆਪਣਾ ਪੇਟ ਕਰਕੇ ਨਹੀਂ ਕਰਦੇ, ਆਪਣੇ ਬੱਚਿਆਂ ਕਰਕੇ ਵੀ ਕਰ ਰਹੇ ਹਾਂ। ਵੀ ਸਾਡੇ ਬੱਚੇ ਨਗੂਣੀਆਂ ਜੀਆਂ ਤਨਖਾਹਾਂ ਮਿਲਦੀਆਂ 10 ਤੋਂ 15,000 ਰੁਪਏ ਦੇ ਨਾਲ ਨਹੀਂ ਘਰ ਦਾ ਗੁਜ਼ਾਰਾ ਚੱਲਦਾ। ਇੱਕ ਅੱਜ ਚਲੋ ਸੀਐਮ ਸਾਹਿਬ ਕਹਿ ਰਹੇ ਬਿਜਲੀ ਦੇ ਬਿੱਲ ਮਾਫ ਹੋ ਜਾਣਗੇ, ਪਰ ਬਾਕੀ ਹੋਰ ਖਰਚੇ ਵੀ ਕਿੱਥੋਂ ਪੂਰੇ ਕਰਨਗੇ? 15,000 ਨਾਲ ਨਹੀਂ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ। ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਮਾਨਯੋਗ ਕੋਰਟਾਂ ਦੇ ਫੈਸਲੇ ਆ ਉਹੀ ਸਾਡੇ ਤੇ ਲਾਗੂ ਕਰ ਦਿਓ, ਬਰਾਬਰ ਕੰਮ ਬਰਾਬਰ ਤਨਖਾਹ। ਤੇ ਭਾਈ ਜਦੋਂ ਜੁਆਇਨਿੰਗ ਕਰਦੇ ਆ ਤੁਹਾਡੇ ਕੰਡਕਟਰ ਡਰਾਈਵਰ, ਕਿਸੇ ਇੱਕ ਪ੍ਰਕਿਰਿਆ ਤਹਿਤ ਹੀ ਜੁਆਇਨ ਕਰਦੇ ਹੋਣਗੇ ਵੀ ਉੱਥੇ ਨਿਯਮ ਤੇ ਸ਼ਰਤਾਂ ਹੁੰਦੀਆਂ ਹੋਣਗੀਆਂ ਵੀ ਇੰਨੀ ਤੁਹਾਨੂੰ ਤਨਖਾਹ ਮਿਲੇਗੀ, ਇੰਨੇ ਸਮੇਂ 'ਚ ਵਧਾਵਾਂਗੇ, ਫਿਰ ਉਹ ਕਿਉਂ ਸਾਈਨ ਕਰਦੇ ਨੇ ਤੁਹਾਡੇ ਕੰਟਰੈਕਟ ਤੇ? ਜਿਸ ਟਾਈਮ ਪਹਿਲੀ ਭਰਤੀ ਹੋਈ, ਜਿਸ ਟਾਈਮ ਅਸੀਂ ਆਏ 9 ਦੇ ਵਿੱਚ ਆਈ ਸੀ ਪੰਜਾਬ ਰੋਡਵੇਜ਼ ਦੀ ਡਰਾਈਵਰਾਂ ਦੀ ਭਰਤੀ, ਅਸੀਂ ਭਰਤੀ ਹੋਏ ਵੀ ਅਸੀਂ ਰੋਡਵੇਜ਼ ਦੇ ਵਿੱਚ ਭਰਤੀ ਹੋਏ। ਜੋ ਸਾਡੀ ਟ੍ਰੇਨਿੰਗ ਹੋਈ ਉਹ ਸਰਕਾਰੀ ਦਾਇਰੇ ਦੇ ਵਿੱਚ ਹੋਈ। ਸਰਕਾਰੀ ਅਫਸਰਾਂ ਨੇ ਸਾਡੀ ਟ੍ਰੇਨਿੰਗ ਲਈ ਸਾਰਾ ਕੁਝ ਕੀਤਾ। ਜਦੋਂ ਟ੍ਰੇਨਿੰਗ ਤੇ ਬਾਅਦ 15 ਦਿਨ ਤੇ ਬਾਅਦ ਸਾਨੂੰ ਇੱਕ ਪ੍ਰਾਈਵੇਟ ਠੇਕੇਦਾਰ ਨੂੰ ਵੇਚਿਆ ਜਾਂਦਾ ਔਰ ਪ੍ਰਾਈਵੇਟ ਠੇਕੇਦਾਰ ਆਪਣੀ ਮਰਜ਼ੀ ਨਾਲ ਤਨਖਾਹਾਂ ਪਾਉਂਦਾ। ਜੇ ਮਹਿਕਮੇ ਨੇ 10,000 ਦਿੱਤਾ ਤਾਂ ਉਹਨਾਂ 7,000 ਰੁਪਈਆ ਪਾਣਾ, 3,000 ਰੁਪਈਆ ਉਹ ਖਾ ਜਾਂਦਾ। ਉਹ ਸਰਕਾਰ ਦੇ ਨਾਲ ਮਿਲੀ ਭੁਗਤ। ਬਾਈ ਜੀ, ਮਿਲੀ ਭੁਗਤ ਦੀ ਹੁਣ ਤੁਸੀਂ ਗੱਲ ਕਰ ਰਹੇ ਹੋ, ਜਿਵੇਂ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਵੀ ਗੱਲਾਂ ਸੁਣਨ ਨੂੰ ਆਉਂਦੀਆਂ, ਉਹਨਾਂ ਵੱਲੋਂ ਲੋਕਾਂ ਵੱਲੋਂ ਵੀ ਇਹੀ ਕਿਹਾ ਜਾਂਦਾ ਕਿ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਹੈ, ਡਰਾਈਵਰ ਕੰਡਕਟਰ ਆ, ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਉਹਨਾਂ ਦਾ ਤਾਲਮੇਲ ਆ। ਸਵਾਰੀ ਚੜਾਉਣ ਵਾਸਤੇ ਉਹ ਪ੍ਰਾਈਵੇਟ ਬੱਸ ਜਿਹੜੀ ਬੱਸ ਹੈ ਉਹਨੂੰ ਸਵਾਰੀ ਦੇ ਦਿੰਦੇ ਆ ਤੇ ਕਿਸੇ ਅੱਡੇ ਤੇ ਬ੍ਰੇਕ ਨਹੀਂ ਮਾਰਦੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਅਸੀਂ ਰੂਪਨਗਰ ਡਿਪੂ ਦੇ ਵਿੱਚੋਂ ਸਾਡੀ 100+ ਬੱਸ ਚੱਲਦੀ ਹੈ। ਸਾਡੀ ਕੱਲੀ ਬੱਸ ਦੀ ਰਸੀਟ ਕਢਾ ਕੇ ਦੇਖੀ ਜਾਵੇ 60 ਤੇ 70 ਰੁਪਏ ਪਲੱਸ ਸਾਡੀ ਰਸੀਟ ਹੈ ਔਰ ਸਾਡੀ ਕੋਈ ਵੀ ਗੱਡੀ ਖਾਲੀ ਨਹੀਂ ਜਾਂਦੀ। ਔਰ ਜਿਹੜੀ ਪ੍ਰਾਈਵੇਟ ਦੀ ਗੱਲ ਕਰਦੀ, ਪ੍ਰਾਈਵੇਟ ਨਾਲ ਸਾਡੀ ਐ ਰੋਡਵੇ ਦੀ ਤੇ ਪ੍ਰਾਈਵੇਟ ਦੀ ਐ, ਅਸੀਂ ਕਿਸੇ ਤੇ ਚਾਹ ਦਾ ਕੱਪ ਪੀ ਕੇ ਰਾਜੀ ਨਹੀਂ ਆ। ਬਾਕੀ ਟਾਈਮ ਛੱਡਣ ਦੀ ਤਾਂ ਦੂਰ ਦੀ ਗੱਲ ਹੈ। ਅਸੀਂ ਕੰਪੀਟੀਸ਼ਨ ਪਿੱਛੇ, ਸਵਾਰੀ ਪਿੱਛੇ ਮਰਨ ਮਰਾਣ ਤੱਕ ਹੋ ਜਾਂਦੇ, ਪਰ ਅਸੀਂ ਪ੍ਰਾਈਵੇਟ ਨਾਲ ਕਦੇ ਸੰਧੀ ਨਹੀਂ ਕਰਦੇ ਸਾਡਾ। ਤਾਂ ਕਈ ਲੋਕ ਜਿਵੇਂ ਹੁਣ ਪ੍ਰਾਈਵੇਟ ਵਾਲੇ ਵੀ ਉਹ ਵੀ ਹੜਤਾਲ ਕਰਕੇ ਬੈਠੇ। ਕਿਤੇ ਨਾ ਕਿਤੇ ਲੋਕ ਦਾ ਖੱਜਲ ਖੁਆਰ ਆਮ ਲੋਕ ਹੀ ਹੋ ਰਹੇ ਨੇ। ਬਾਕੀ ਮੰਤਰੀ ਉਹ ਵੀ ਆਪਣੇ ਘਰਾਂ 'ਚ ਬੈਠੇ ਨੇ। ਤੁਸੀਂ ਆ ਤੁਹਾਡਾ ਵੀ ਚਲੋ ਵਧੀਆ ਚੱਲੀ ਜਾਂਦਾ, ਠੀਕ ਠਾਕ। ਲੋਕ ਤਾਂ ਕਹਿੰਦੇ ਨੇ ਵੀ ਸਰਕਾਰੀ ਨੌਕਰੀ ਕਰ ਰਹੇ ਹਨ। ਬੇਸ਼ੱਕ ਇੰਟਰਨਲੀ ਦੇਖਿਆ ਜਾਵੇ ਅੰਦਰ ਖਾਤੇ ਤੁਹਾਡਾ ਪ੍ਰਾਈਵੇਟ ਨਾਲ ਟਾਈ ਅਪ ਆ। ਕਿਤੇ ਨਾ ਕਿਤੇ ਆਮ ਲੋਕ ਖੱਜਲ ਖੁਆਰ ਹੋ ਰਹੇ ਨੇ। ਕੁਝ ਦਿਨ ਪਹਿਲਾਂ ਪ੍ਰਾਈਵੇਟ ਵਾਲਿਆਂ ਨੇ ਵੀ ਹੜਤਾਲ ਕੀਤੀ ਸੀ। ਆਧਾਰ ਕਾਰਡ ਤੇ ਜਿਹੜੀਆਂ ਬੀਬੀਆਂ ਮੁਫਤ ਸਫ਼ਰ ਕਰਦੀਆਂ ਉਹਨਾਂ ਵੱਲੋਂ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਫਿਰ ਆਮ ਲੋਕਾਂ ਦਾ ਕੀ ਕਸੂਰ ਆ? ਅੱਤ ਦੀ ਗਰਮੀ ਆ, ਵਿਚਾਰੇ ਆਮ ਲੋਕ ਖੱਜਲ ਖੁਆਰ ਹੋ ਰਹੇ ਨੇ। ਦੇਖੋ, ਅਸੀਂ ਪਬਲਿਕ ਤੋਂ ਪਹਿਲਾਂ ਹੀ ਮਾਫੀ ਚਾਹੁੰਦੇ ਹਾਂ
ਵੀ ਸਾਡਾ ਕਸੂਰ ਨਹੀਂ, ਸਰਕਾਰਾਂ ਦਾ ਕਸੂਰ ਹੈ। ਜਿਹੜੀ ਪ੍ਰਾਈਵੇਟ ਦੀ ਗੱਲ ਕਰਦੇ ਆ, ਪ੍ਰਾਈਵੇਟ ਨੇ ਹੜਤਾਲ ਕੀਤੀ ਸੀ। ਦੇਖੋ ਆਧਾਰ ਕਾਰਡ ਕਾਰਨ ਸਵਾਰੀ ਨਹੀਂ ਪ੍ਰਾਈਵੇਟ ਦੇ ਵਿੱਚ ਚੜ੍ਹਦੀ, ਬੀਬੀਆਂ 2-2 ਘੰਟੇ ਬੈਠੀਆਂ ਰਹਿੰਦੀਆਂ, ਸਾਡੀਆਂ ਹੀ ਭੈਣਾਂ ਨੇ ਉਹ ਰੋਡਵੇਜ਼ ਦੀ ਬੱਸ ਨੂੰ ਉਡੀਕਦੀਆਂ ਰਹਿੰਦੀਆਂ, 2-2 ਘੰਟੇ ਬੈਠਦੀਆਂ। ਚਲੋ ਫ੍ਰੀ ਸਫ਼ਰ ਸਹੂਲਤ ਦਿੱਤੀ ਗੌਰਮੈਂਟ ਨੇ, ਪਰ ਪ੍ਰਾਈਵੇਟ ਵਾਲੇ ਕਹਿੰਦੇ ਜਾਂ ਤਾਂ ਸਾਡਾ ਟੈਕਸ ਮਾਫ ਕਰ ਦਿਓ ਜਾਂ ਆਧਾਰ ਕਾਰਡ ਸਾਨੂੰ ਵੀ ਲਾਗੂ ਕਰ ਦਿਓ, ਵੀ ਜਿਹੜਾ ਪੈਸਾ ਰੋਡਵੇਜ਼ ਨੂੰ ਜਾਂਦਾ ਉਹ ਸਾਨੂੰ ਵੀ ਦਿੱਤਾ ਜਾਵੇ। ਸਰਕਾਰ ਨਹੀਂ ਚਾਹੁੰਦੀ ਵੀ ਪ੍ਰਾਈਵੇਟ ਨੂੰ ਪੈਸੇ ਦੇਣ, ਉਹ ਰੋਡਵੇਜ਼ ਨੂੰ ਵੀ ਪੈਸੇ ਨਹੀਂ ਮਿਲਦੇ ਤਾਂ ਪ੍ਰਾਈਵੇਟ ਨੂੰ ਕਿੱਥੇ ਦੇ ਦੇਣਗੇ। ਰੋਡਵੇਜ਼ ਦਾ ਤਾਂ ਕਮ ਸੇ ਕਮ 60-60 70-70 ਲੱਖ ਰੁਪਇਆ ਪੰਪਾਂ ਦਾ ਖੜ ਗਿਆ, ਸਪੇਅਰ ਪਾਰਟ ਬਿਨਾਂ ਗੱਡੀਆਂ ਖੜੀਆਂ। ਪ੍ਰਾਈਵੇਟ ਵਾਲੇ ਤਾਂ ਧੱਕੇ ਖਾ ਰਹੇ ਆ, ਹੁਣ ਵਿਚਾਰੇ ਬਹੁਤ ਤੰਗ ਹੋ ਰਹੇ। ਉਹ ਵੀ ਸਾਡੇ ਹੀ ਭੈਣ ਭਰਾ ਹੈ ਜੇ ਉਹਨਾਂ ਨਾਲ ਸਵਾਰੀ ਨਹੀਂ ਚੜ੍ਹਦੀ। ਔਰ ਬੀਬੀਆਂ ਰੋਡਵੇਜ਼ ਦੀ ਬੱਸ ਨੂੰ ਉਡੀਕਦੇ ਨੇ। ਤੁਸੀਂ ਵੀ ਦੇਖਦੇ ਆ ਡੇਲੀ ਲੜਾਈ ਹੁੰਦੀ, ਕੋਈ ਨਾ ਕੋਈ ਦਿਨ ਇਹੋ ਜਿਹਾ ਨਹੀਂ ਹੈ ਜਿੱਦਣ ਨਹੀਂ ਲੜਾਈ ਹੁੰਦੀ। ਰੋਡਵੇਜ਼ ਦੀ ਇੱਕ ਬੱਸ ਦੇ ਵਿੱਚ 100+ ਸਵਾਰੀ ਹੈ, ਜਿਹੜਾ ਸਾਨੂੰ ਸੀਟਾਂ ਜਿਹੜੀਆਂ ਸਾਡੇ ਕੋਲ 50 ਨੇ ਤੇ ਸਵਾਰੀ ਸਾਡੇ ਕੋਲ 100+ ਹੈ। ਸਾਡੇ ਡਿਪੂ ਦੇ ਵਿੱਚ ਮੈਨੇਜਮੈਂਟ ਨੂੰ ਪੁੱਛ ਲਓ ਵੀ ਪਰ ਗੱਡੀ ਦੀ ਰਸੀਟ ਕਿੰਨੀ ਆਉਂਦੀ, ਵੀ ਸਵਾਰੀ ਕਿੰਨੀ ਹੈ ਰੋਡਵੇਜ਼ ਦੇ ਵਿੱਚ। ਰੋਡਵੇਜ਼ ਘਾਟੇ 'ਚ ਨਹੀਂ ਹੈ, ਜੇ ਰੋਡਵੇਜ਼ ਨੂੰ ਪੈਸਾ ਮਿਲੇ, ਰੋਡਵੇਜ਼ ਬਿਲਕੁਲ ਘਾਟੇ 'ਚ ਨਹੀਂ ਹੈ। ਸਰਕਾਰਾਂ ਕਹਿ ਰਹੀਆਂ ਰੋਡਵੇਜ਼ ਘਾਟੇ 'ਚ ਹੈ, ਅਸੀਂ ਨਹੀਂ ਕਹਿ ਰਹੇ। ਅਸੀਂ ਇੱਕ ਜਿਹੜਾ ਸਟਾਫ ਹੈ, ਸਟੀਅਰਿੰਗ ਡਿਊਟੀ ਕਰਦਾ ਹੈ, ਵਰਕਸ਼ਾਪ ਤੇ ਡਰਾਈਵਰ ਕਨੈਕਟਰ ਰੋਡਵੇਜ਼ ਦੀ ਰੀੜ੍ਹ ਦੀ ਹੱਡੀ ਹੈ, ਜੋ ਰੋਜ਼ ਰੋਡ ਤੇ ਪੈਸਾ ਕਮਾ ਕੇ ਲਿਆਂਦੇ। ਪਹਿਲਾਂ ਪੈਸਾ ਫਿਰ ਟਿਕਟ। ਸਰਕਾਰ ਕਿਵੇਂ ਕਹਿ ਦੂਗੀ ਘਾਟੇ 'ਚ? ਅਸੀਂ ਘਾਟੇ 'ਚ ਨਹੀਂ ਕਹਿੰਦੇ, ਕਰੋੜਾਂ ਰੁਪਈਆ ਰੋਜ਼ ਦਾ ਇਕੱਠਾ ਕਰਦੇ ਆ। ਜੇ ਸਰਕਾਰ ਸਾਨੂੰ ਪੈਸੇ ਦੇਵੇ, ਰੋਡਵੇਜ਼ ਕੋਈ ਘਾਟੇ 'ਚ ਨਹੀਂ ਹੈ। ਰੋਡਵੇਜ਼ ਰੋਜ਼ ਨਵੀਆਂ ਗੱਡੀਆਂ, ਜੇ ਚਾਹੇ ਤਾਂ 10 ਤੇ 15 ਗੱਡੀਆਂ ਰੋਜ਼ ਨਵੀਆਂ ਪਾ ਸਕਦੀ। ਭਾਈ ਜੀ ਆਖਿਰਕਾਰ ਕਮੀ ਕਸੂਰਵਾਰ ਕਿਸ ਨੂੰ ਮਾਰਨੇ, ਕਿੱਥੇ ਕਮੀ ਰਹਿ ਜਾਂਦੀ ਜਿਹੜੀਆਂ ਤੁਹਾਨੂੰ ਸੈਲਰੀਜ਼ ਵੀ ਤੁਸੀਂ ਕਹਿੰਦੇ ਟਾਈਮ ਤੇ ਨਹੀਂ ਮਿਲਦੀਆਂ ਹੈ ਨਾ, ਵੀ ਜਾਂ ਹੋਰ ਤੁਹਾਡੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ, ਫਿਰ ਕਸੂਰਵਾਰ ਕਿਸ ਨੂੰ ਮਾਰ ਰਹੇ ਆ? ਆਖਿਰਕਾਰ ਕਮੀ ਕਿੱਥੇ ਦਿਖ ਰਹੀ ਹੈ ਤੁਹਾਨੂੰ? ਕਮੀ ਸਰਕਾਰ ਤੇ। ਸਰਕਾਰ ਵੱਲੋਂ ਜਿਵੇਂ ਹੁਣ ਉਹਨਾਂ ਵੱਲੋਂ ਦਿੱਲੀ 에ਅਰਪੋਰਟ ਨੂੰ ਵੋਲਵੋ ਬੱਸਾਂ ਸ਼ੁਰੂ ਕੀਤੀਆਂ, ਉਹ ਕਹਿੰਦੇ ਅਸੀਂ ਬਦਲਾਅ ਕਰ ਰਹੇ ਹਾਂ, ਸਾਨੂੰ ਥੋੜਾ ਸਮਾਂ ਦਿਓ। ਹੌਲੀ ਹੌਲੀ ਇਹ ਕਹਿੰਦੇ ਹੋਰ ਵੀ ਬਦਲਾਅ ਕਰਾਂਗੇ, ਸਮਾਂ ਦਿਓ। ਹਾਲੇ ਤਾਂ ਉਹਨਾਂ ਨੂੰ ਸੱਤਾ 'ਚ ਆਇਆਂ ਨੂੰ ਬਹੁਤ ਘੱਟ ਸਮਾਂ ਹੋਇਆ ਜੀ। ਦੇਖੋ 에ਅਰਪੋਰਟ ਨੂੰ ਗੱਡੀਆਂ ਚਲਾਈਆਂ, ਅਸੀਂ ਬਹੁਤ ਵਧੀਆ ਕਹਿ ਰਹੇ ਹਾਂ। ਜਿਹੜੇ ਸਾਡੇ NIR ਵੀਰ ਹੈ, ਉਹ ਬਹੁਤ ਵਧੀਆ ਸਹੂਲਤ ਉਹਨਾਂ ਨੂੰ ਦਿੱਤੀ, ਅਸੀਂ ਬਹੁਤ ਵਧੀਆ ਕਹਿ ਰਹੇ ਹਾਂ 에ਅਰਪੋਰਟ ਨੂੰ। ਪਰ 에ਅਰਪੋਰਟ ਨੂੰ ਵੀ ਜਿਹੜੀ ਸਾਡੀ ਲਾਈਨ ਹੈ, ਇੰਨੀ ਸਵਾਰੀ ਨਹੀਂ ਹੈ। ਜੋ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਸਾਡੀਆਂ ਗੱਡੀਆਂ ਲੱਗਦੀਆਂ ਕਾਊਂਟਰ ਤੇ, ਇੱਕ ਨਾਲ CTU ਦੀ ਗੱਡੀ ਲੱਗਦੀ, ਇੱਕ ਰੋਡਵੇਜ਼ ਦੀ ਗੱਡੀ ਵੋਲਵੋ ਲੱਗਦੀ। ਵੋਲਵੋ ਗੱਡੀ ਨੂੰ ਸਾਡੀ ਨੂੰ 15 ਮਿੰਟ, ਤੇ ਜਿਹੜੀ CTU ਦੀ HVAC ਹੈ ਉਹ ਪੌਣਾ ਘੰਟਾ ਲੱਗ ਰਹੀ ਹੈ। ਜਿਹੜਾ ਸਾਡਾ ਕਿਰਾਇਆ 에ਅਰਪੋਰਟ ਦਾ ਉਹ 700 ਰੁਪਈਆ ਜਾਂ 800 ਰੁਪਈਆ, ਜਿਹੜੇ CTU ਦਾ ਦਿੱਲੀ ਦਾ ਕਿਰਾਇਆ ਉਹ 500 ਰੁਪਈਆ, 470 ਰੁਪਈਏ ਕਿਰਾਇਆ ਉਹਦਾ। ਅੱਜ ਦੇ ਸਮੇਂ ਦੇ ਵਿੱਚ ਚਾਹੇ ਮੈਂ ਲੈ ਲਿਓ, ਜਿਹਨੂੰ ਮਰਜ਼ੀ ਲੈ ਲਓ, ਅਗਲਾ ਕਹਿੰਦਾ 470 ਵਾਲੀ 'ਚ ਜਾਵਾਂਗੇ। ਇੱਕ ਸਿਰਫ AC ਦਾ ਸਹਾਰਾ ਲੈਣਾ। ਵੋਲਵੋ ਗੱਡੀ 'ਚ ਬਹੁਤ ਘੱਟ ਸਵਾਰੀ ਚੜ੍ਹਦੀ, ਵੋਲਵੋ ਗੱਡੀ 'ਚ ਉਹੀ ਚੜ੍ਹਨਗੇ ਜਿਹੜੇ ਪਤਾ ਹੈ, ਜਿਨ੍ਹਾਂ ਨੂੰ ਵੀ ਆਪਾਂ ਵੋਲਵੋ ਗੱਡੀ ਦਾ ਨਜ਼ਾਰਾ ਵਧੀਆ ਹੈ। ਪਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਵੀ ਜਦੋਂ ਟਾਈਮ ਟੇਬਲ ਵੀ ਬਣਦਾ ਹੈ ਤਾਂ CTU ਦੀਆਂ ਬੱਸਾਂ ਦੇ ਨਾਲ ਮਿਲ ਕੇ ਟਾਈਮ ਟੇਬਲ ਬਣਾਇਆ ਜਾਵੇ। ਕਾਊਂਟਰ ਇੱਕ ਹੋਣਾ ਚਾਹੀਦਾ, 20 ਮਿੰਟ ਚਾਹੇ HVAC ਨੂੰ ਦੇ ਦਿਓ, 20 ਮਿੰਟ ਦਿਓ ਚਾਹੇ ਤੁਸੀਂ ਵੋਲਵੋ ਗੱਡੀ ਨੂੰ, ਬਰਾਬਰ ਸਮਾਂ ਮਿਲਣਾ ਚਾਹੀਦਾ। ਸਰਕਾਰਾਂ ਕਹਿ ਤਾਂ ਰਹੀਆਂ ਵੋਲਵੋ ਗੱਡੀਆਂ ਚਲਾਈਆਂ, ਆਪਾਂ ਟਾਈਮ ਟੇਬਲ ਨਹੀਂ ਬਣਾਏ, ਉਹਨੇ ਟਾਈਮ ਟੇਬਲ ਸਹੀ ਨਹੀਂ ਬਣੇ। ਬਈ ਕੱਲ੍ਹ ਨੂੰ ਆਜ਼ਾਦੀ ਦਿਹਾੜਾ ਬੜੇ ਲੋਕੀ ਤਿਰੰਗੇ ਝੰਡੇ ਲਹਿਰਾ ਕੇ ਵੀ ਹੈ ਨਾ ਮਨਾਉਣ ਜਾ ਰਹੇ, ਤੁਸੀਂ ਆਪਣੇ ਆਪ ਨੂੰ ਆਜ਼ਾਦ ਮੰਨ ਰਹੇ ਹੋ? ਜਿਵੇਂ ਸਰਕਾਰ ਦੀਆਂ ਨੀਤੀਆਂ ਤੋਂ ਤੁਸੀਂ ਖੁਸ਼ ਹੋ? ਤੁਸੀਂ ਵੀ ਇੱਥੇ ਰੋਡਵੇਜ਼ ਦੇ ਡਿਪੂ ਦੇ ਬਾਹਰ ਤਿਰੰਗੇ ਝੰਡੇ ਲਾਏ ਹੋਏ, ਫਿਰ ਕਿਤੇ ਨਾ ਕਿਤੇ ਖੁਸ਼ ਹੀ ਹੁੰਦੇ ਹੋਵੋਗੇ ਤੁਸੀਂ। ਦੇਖੋ ਅਸੀਂ ਤਾਂ ਆਪਣੇ ਆਪ ਨੂੰ ਆਜ਼ਾਦ ਸਮਝ ਨਹੀਂ ਰਹੇ ਵੀ ਅਸੀਂ ਆਜ਼ਾਦ ਹੈ। ਇੱਕ 15,000 ਰੁਪਈਆ ਜਾਂ 10,000 ਰੁਪਈਆ ਸੈਲਰੀ ਲੈਣ ਵਾਲਾ ਕਿਵੇਂ ਆਜ਼ਾਦ ਹੋ ਜਾਊਗਾ? ਅਸੀਂ 15 ਤਰੀਕ ਨੂੰ ਆਜ਼ਾਦੀ ਦਿਵਸ ਨਹੀਂ ਮਨਾ ਰਹੇ, ਅਸੀਂ ਗੁਲਾਮੀ ਦਿਵਸ ਮਨਾ ਰਹੇ ਹਾਂ। 15 ਤਰੀਕ ਨੂੰ ਲੁਧਿਆਣੇ ਦਾ CM ਸਾਹਿਬ ਦਾ ਪ੍ਰੋਗਰਾਮ ਹੈ, ਉਹ ਅਸੀਂ ਪ੍ਰੋਗਰਾਮ ਉੱਥੇ ਕਾਲੇ ਝੰਡਿਆਂ ਜਾ ਕੇ ਪ੍ਰੋਗਰਾਮ ਤੇ ਆਪਾਂ ਪਹੁੰਚਣਾ, ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨਾ। ਅਸੀਂ ਆਜ਼ਾਦੀ ਨਹੀਂ, ਅਸੀਂ ਗੁਲਾਮੀ ਦਿਵਸ ਮਨਾਉਣਾ। ਸਾਡੇ ਨਾਲੋਂ ਤਾਂ ਜਿਹੜੇ ਹੁਣ ਸਾਡੇ ਕਾਲੇ ਅੰਗਰੇਜ਼ ਆ, ਇਹਨਾਂ ਨਾਲੋਂ ਤਾਂ ਸਾਨੂੰ ਗੋਰੇ ਅੰਗਰੇਜ਼ ਚੰਗੇ ਸੀ, ਜੋ ਹਰ ਇੱਕ ਚੀਜ਼ ਦੇਖਦੇ ਸੀ। ਇਹ ਜਿਹੜੇ ਸਾਡੇ ਕਾਲੇ ਅੰਗਰੇਜ਼ ਹੈ, ਆਪ ਦੇ ਕਾਰਪੋਰੇਟ ਘਰਾਣਿਆਂ ਨੂੰ ਦੇਖ ਰਹੇ, ਸਾਨੂੰ ਨਹੀਂ ਦੇਖ ਰਹੇ ਵੀ ਇੱਕ ਛੋਟੀ ਜਨਤਾ ਕਿਹੜੀ ਚੱਕੀ ਦੇ ਵਿੱਚ ਪੀਸ ਹੋ ਰਹੀ ਹੈ।
ਫਿਰ ਆਜ਼ਾਦ ਕਦੋਂ ਮੰਨੋਗੇ ਤੁਸੀਂ ਆਪਣੇ ਆਪ ਨੂੰ? ਜਿਵੇਂ ਪੰਜਾਬੀ ਜ਼ਿਆਦਾਤਰ ਕਹਿ ਰਹੇ ਨੇ ਅਸੀਂ ਆਜ਼ਾਦ ਨਹੀਂ ਆ, ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹੋ ਕੇ ਨੌਜਵਾਨ ਵੀ ਬਾਹਰ ਦਾ ਵਿਦੇਸ਼ਾਂ ਵੱਲ ਦਾ ਰੁਖ ਕਰ ਰਹੇ ਨੇ। ਆਖਿਰਕਾਰ ਉਹ ਸਮਾਂ ਕਦੋਂ ਆਊਗਾ ਜਦੋਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਸਮਝੋਗੇ? ਤੁਸੀਂ ਬੇਰੁਜ਼ਗਾਰੀ ਲਾ ਲਓ ਪੰਜਾਬ ਦੇ ਵਿੱਚ। ਹੁਣ ਟੀਚਰ ਜਿਹੜੇ ਇਸ ਟਾਈਮ ਕੱਲ ਨੂੰ ਮੇਰੇ ਖਿਆਲ 55,000 ਜਿਹੜੇ ਟੀਚਰ ਆ ਉਹ ਅਸਤੀਫੇ ਦੇ ਰਹੇ ਆ। ਕਾਹਤੋਂ ਦੇ ਰਹੇ ਆ? ਨਗੂਣੀਆਂ ਤਨਖਾਹਾਂ ਕਰਕੇ। ਬੱਚਿਆਂ ਦਾ ਨਹੀਂ ਖਰਚਾ ਚੱਲਦਾ। ਆਪਾਂ ਕਦੋਂ ਕਹਾਂਗੇ ਵੀ ਅਸੀਂ ਕਮ ਸੇ ਕਮ ਇੱਕ ਸਾਡੇ ਕੋਲ ਵਰਕਰ ਇੱਦਾਂ ਦਾ ਜਿਹੜਾ 80,000 ਰੁਪਇਆ ਤਨਖਾਹ ਲੈ ਰਿਹਾ, ਡਿਊਟੀ ਡੱਖਾ ਨਹੀਂ ਕਰ ਰਿਹਾ। ਇੱਕ ਬੰਦਾ 15,000 ਰੁਪਇਆ ਲੈ ਰਿਹਾ, 16 ਘੰਟੇ ਡਿਊਟੀ ਕਰ ਰਿਹਾ। ਤੁਸੀਂ ਇਹ ਦੱਸੋ ਵੀ ਆਜ਼ਾਦ ਕਿਹੜਾ, ਗੁਲਾਮ ਕਿਹੜਾ? ਆਜ਼ਾਦ ਤਾਂ ਉਹ ਹੈ ਜਿਹੜਾ 80,000 ਰੁਪਇਆ ਤਨਖਾਹ ਲੈ ਰਿਹਾ, ਠੀਕ ਹੈ ਜੀ, ਡਿਊਟੀ ਕਰ ਰਿਹਾ, ਕੱਖ ਵੀ ਨਹੀਂ। ਇੱਕ ਬੰਦਾ 15,000 ਰੁਪਇਆ ਤਨਖਾਹ ਲੈ ਕੇ 16 ਘੰਟੇ ਡਿਊਟੀ ਕਰ ਰਿਹਾ, ਉਹ ਗੁਲਾਮ ਹੀ ਹੋਇਆ। ਜੇ ਕੋਈ ਵੀ ਗੱਲਬਾਤ ਹੁੰਦੀ ਹੈ, ਚਾਹੇ ਗੱਡੀ ਲੱਗ ਗਈ, ਚਾਹੇ ਕੁਛ ਲੱਗ ਗਿਆ। ਤੁਸੀਂ ਹੁਣ ਗੱਡੀ ਲੱਗਣ ਦੀ ਗੱਲ ਕੀਤੀ। ਇੱਕ ਡਰਾਈਵਰ ਹੁਆਲੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਸਪੀਕਰ ਸਾਹਿਬ ਦੀ ਗੱਡੀ ਦੇ ਨਾਲ ਕਿਤੇ ਟੱਚ ਹੋ ਗਈ, ਕਹਿੰਦੇ ਇੱਕ ਡਰਾਈਵਰ ਦੀ, ਟਰੱਕ ਡਰਾਈਵਰ ਦੀ ਗੱਡੀ। ਤਾਂ ਉਹਨੂੰ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓਜ਼ ਵਾਇਰਲ ਵੀ ਹੋਈਆਂ, ਉਹਨੂੰ ਬੇਰਹਿਮੀ ਨਾਲ ਕੁੱਟਿਆ ਵੀ ਗਿਆ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਦੇਖੋ, ਜੇ ਅੱਜ ਦੇ ਸਮੇਂ ਦੇ ਵਿੱਚ ਦੇਖੀਏ ਨਾ, ਰੋਡ ਤੇ ਐਕਸੀਡੈਂਟ ਸਭ ਤੋਂ ਜ਼ਿਆਦਾ ਜਿਹੜੀਆਂ ਆਪਣੀਆਂ ਛੋਟੀ ਟ੍ਰੈਫਿਕ ਹੈ, ਕਾਰਾਂ, ਇੱਕ ਇਹ ਜਿਹੜਾ ਲਾਇਸੈਂਸ ਬਣਦਾ, ਇਹਨਾਂ ਨੂੰ ਟ੍ਰੇਨਿੰਗ ਸਕੂਲ 'ਚੋਂ ਲਾਇਸੈਂਸ ਬਣ ਜਾਂਦਾ, 15 ਦਿਨ ਲਾਉਂਦੇ ਸਕੂਲ ਦੇ ਥਰੂ, ਇਹ ਗੱਡੀਆਂ ਸਿੱਖਦੇ, ਰੋਡ ਤੇ ਚੜ੍ਹ ਜਾਂਦੇ। ਇੱਕ ਬੰਦਾ 30 ਸਾਲ ਹੋ ਜਾਂਦੇ ਉਹਨੂੰ ਡਰਾਈਵਰੀ ਕਰਦਿਆਂ ਨੂੰ, ਉਹਨਾਂ ਦਾ ਲਾਇਸੈਂਸ ਬਣਦਾ ਮਊਆਂ ਨੇ ਟ੍ਰੇਨਿੰਗ ਕਰਕੇ। ਇੱਕ ਜਿਹੜੇ ਕਾਰਾਂ ਵਾਲੇ ਨੇ ਉਹਨਾਂ ਦਾ ਲਾਇਸੈਂਸ ਬਣਦਾ ਘਰੇ ਸਕੂਲ ਦੇ ਥਰੂ, ਘਰ ਲਾਇਸੈਂਸਾਂ ਦਾ। ਤੇ ਗਲਤੀ ਅੱਜ ਦੇ ਟਾਈਮ ਦੇ ਵਿੱਚ ਛੋਟੀ ਗੱਡੀ ਦੀ ਗਲਤੀ ਹੈ। ਸਮਾਂ ਹਰ ਇੱਕ ਕੋਲ ਘੱਟ ਹੈ, ਫੋਨ ਕੰਨ ਨੂੰ ਲੱਗਿਆ ਵਾ, ਆਪਾਂ ਰੋਡ ਤੇ ਚੱਲ ਰਿਹਾ। ਟਰੱਕ ਕਿੱਡਾ ਬੜਾ ਟਰੱਕ ਹੈ, ਉਹਦੇ ਮੂਹਰੇ ਤੇ ਇੱਕਦਮ ਘੁਮਾਉਂਦੇ ਗੱਡੀਆਂ। ਟਰੱਕ ਵਾਲਾ ਕਿਆ ਕਰੂਗਾ ਛੋਟੀ ਗੱਡੀ ਨੂੰ? ਇਸ ਟਾਈਮ ਐਕਸੀਡੈਂਟ ਦਾ ਕਾਰਨ ਸਭ ਤੋਂ ਜ਼ਿਆਦਾ ਛੋਟੀ ਗੱਡੀ। ਹੁਣ ਕਿੰਨੇ ਮਤਲਬ ਸਮੇਂ ਤੱਕ, ਜੇ ਤੁਹਾਨੂੰ ਕਿਸੇ ਨੇ ਸਮਾਂ ਦਿੱਤਾ ਹੈ ਜਾਂ ਸਰਕਾਰੀ ਨੁਮਾਇੰਦੇ ਨੇ ਜਾਂ ਕੋਈ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਹੋਵੇ? ਸਾਡੇ ਕੋਲ ਹਜੇ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਅਸੀਂ ਸਰਕਾਰ ਨੂੰ ਸਮਾਂ ਦਿੱਤਾ ਸੀ ਪਹਿਲੇ ਵੀ ਜਿਹੜੀ ਮੀਟਿੰਗਾਂ ਦਾ, ਪਰ ਸਾਡਾ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੱਢਿਆ। ਟਰਾਂਸਪੋਰਟ ਮੰਤਰੀ ਨਾਲ ਵੀ ਸਾਡੀ ਮੀਟਿੰਗ ਹੋਈ ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਮੰਤਰੀ, ਉਹਨਾਂ ਡਾਇਰੈਕਟਰ ਨਾਲ ਵੀ ਸਾਡੀ ਮੀਟਿੰਗ ਹੋਈ। ਸਾਨੂੰ ਕਿਸੇ ਨੇ ਸਮਾਂ ਨਹੀਂ ਦਿੱਤਾ। ਔਰ ਜੋ ਕੱਲ ਦਾ ਸਮਾਂ ਹੈ ਉਹ ਸਾਡਾ ਲੁਧਿਆਣੇ ਦਾ, ਅਸੀਂ ਕਾਲੀਆਂ ਝੰਡੀਆਂ ਨਾਲ ਜੋ ਆਪਣਾ ਪ੍ਰੋਗਰਾਮ ਆ ਉਲੀਕਿਆ ਹੋਇਆ ਪੰਜਾਬ ਦੇ ਸੱਦੇ ਤੇ, ਰੋਪੜ ਡਿਪੂ, ਉਹ ਸਾਰਾ ਲੁਧਿਆਣੇ ਪਹੁੰਚੂ। ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਸੀਐਮ ਸਾਹਿਬ ਨੂੰ? ਹਾਂਜੀ, ਕਾਲੀਆਂ ਝੰਡੀਆਂ ਜੀ ਬਿਲਕੁਲ। ਅਸੀਂ ਖੁਦ ਗੁਲਾਮ ਸਮਝਦੇ ਹਾਂ। ਅੱਜ ਦੇ ਸਮੇਂ ਦੇ ਵਿੱਚ 15,000 10,000 ਵਾਲਾ ਇੱਕ ਸਾਥੀ ਉਹ ਗੁਲਾਮ ਹੀ ਹੈ। ਜਦੋਂ ਤੱਕ ਮਾਨਯੋਗਾਂ ਕੋਰਟਾਂ ਦੇ ਫੈਸਲੇ ਜੋ ਸਰਕਾਰਾਂ ਨਹੀਂ ਮੰਨਦੀਆਂ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲੇ ਹੈ ਜੋ ਲਾਗੂ ਹੋ ਚੁੱਕੇ, ਪਰ ਸਰਕਾਰਾਂ ਨਹੀਂ ਦਿੰਦੀਆਂ। ਅਸੀਂ ਕਹਿੰਦੇ ਹਾਂ ਵੀ ਸਾਨੂੰ ਉਹੀ ਲਾਗੂ ਕਰ ਦਿਓ, ਬਰਾਬਰ ਕੰਮ ਬਰਾਬਰ ਤਨਖਾਹ। ਇੱਕ ਬੰਦਾ 70-80,000 ਰੁਪਏ ਲੈ ਰਿਹਾ, ਡਿਊਟੀ ਕੱਖ ਵੀ ਨਹੀਂ ਕਰ ਰਿਹਾ। ਅਸੀਂ 16 ਘੰਟੇ ਡਿਊਟੀ ਕਰਦਾ, ਸਾਨੂੰ 15,000 ਮਿਲਦਾ। ਅਸੀਂ ਕਹਿੰਦੇ ਸਾਨੂੰ ਵੀ ਘੱਟ ਤੋਂ ਘੱਟ 50-60,000 ਰੁਪਇਆ ਤਨਖਾਹ ਮਿਲੇ। ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰੀਏ ਔਰ ਸਾਡਾ ਵੀ ਕੋਈ ਪਰਿਵਾਰ ਖੁਸ਼ ਹੋ ਕੇ ਕਿਤੇ ਘੁੰਮ ਸਕੇ। ਅਸੀਂ ਵੀ ਗੱਡੀ ਦੇ ਵਿੱਚ, ਕਾਰ ਦੇ ਵਿੱਚ ਘੁੰਮੀਏ। ਸਾਡੇ ਕੋਲ ਤਾਂ ਮੋਟਰਸਾਈਕਲਾਂ ਦੇ ਵਿੱਚ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ, ਕਿੱਥੋਂ ਖਰਚਾ ਕਰਾਂਗੇ ਅਸੀਂ? ਠੀਕ ਹੈ ਨਾ ਜੀ? ਬਿਲਕੁਲ, ਧੰਨਵਾਦ ਜੀ, ਬਹੁਤ ਬਹੁਤ। ਸੋ ਇਹ ਸਨ ਸਾਡੇ ਨਾਲ ਪੰਜਾਬ ਰੋਡਵੇਜ਼ ਪਨਬਸ ਦੇ ਜਿਹੜੇ ਕੱਚੇ ਮੁਲਾਜ਼ਮ ਨੇ। ਇਹਨਾਂ ਦੀਆਂ ਮੰਗਾਂ ਇਹ ਨੇ ਕਿ ਸਾਨੂੰ ਪੱਕਿਆਂ ਕੀਤਾ ਜਾਵੇ। ਜਿਹੜੇ ਕੱਚੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਪੱਕੇ ਮੁਲਾਜ਼ਮਾਂ ਦੇ ਬਰਾਬਰ ਹੀ ਉਹ ਕੰਮ ਕਰ ਰਹੇ ਨੇ, ਪਰ ਇਹਨਾਂ ਦੀਆਂ ਮੰਗਾਂ ਇਹੀ ਹੈ ਕਿ ਸਾਨੂੰ ਪੱਕੇ ਕੀਤਾ ਜਾਏ। ਤਾਂ ਕੱਲ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣੇ ਪਹੁੰਚ ਰਹੇ ਨੇ, ਤਾਂ ਇਹਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਆਪਣਾ ਪ੍ਰਦਰਸ਼ਨ ਕੀਤਾ ਜਾਏਗਾ। ਗੁਰਪ੍ਰੀਤ ਸਿੰਘ ਦੇ ਨਾਲ ਸਿਮਰਨਜੀਤ ਸਿੰਘ ਢਿੱਲੋਂ, ਪੰਜਾਬੀ ਲੋਕ ਚੈਨਲ।